प्रोग्राम खास खबर देख रहे दर्शकों का स्वागत। मैं हाँ कमलजीत सिद्धू ते तुसीं देख रहे हो द पंजाब टॉक्स। इस टाइम आप दा दावा सामने आया, एक खबर आ मेरे को कि सुनील जाखड़ मगरों हुण सुखबीर बादल भी बहस तो भज्जणगे ते मूसेवाला कतलकांड विच हुण तक होए वड्डे खुलासे और खुलासियां तो बाद पिता बलकौर सिंह दी स्टेटमेंट सामने आई है। तो उस तो बाद गल करांगे कि 5 राज्यां ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਭਾਜਪਾ ਤੇ ਕਾਂਗਰਸ ਨੂੰ ਇੱਕੋ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਤੇ ਇਜ਼ਰਾਈਲ ਫਲਸਤੀਨ ਦਾ ਝਗੜਾ, ਹਮਾਸ ਵਾਲਾ ਮਾਮਲਾ ਅੱਜ ਕੱਲ੍ਹ ਕਾਫੀ ਵਧਿਆ ਹੋਇਆ ਔਰ ਵਿਸ਼ਵ ਪੱਧਰ ਤੇ ਇਹਦੀ ਚਰਚਾ ਹੋ ਰਹੀ ਹੈ। ਇਹ ਜੰਗ ਕਦੋਂ ਮੁੱਕੂਗੀ, ਇਸ ਤੇ ਵਿਸਥਾਰ ਸਹਿਤ ਗੱਲ ਕਰਾਂਗੇ। ਪਹਿਲੀ ਖਬਰ ਵੱਲ ਆਉਂਦੇ ਆ। ਪਿਛਲੇ ਦਿਨਾਂ ਤੋਂ ਪੰਜਾਬ ਦੀ ਰਾਜਨੀਤੀ ਲਗਾਤਾਰ ਗਰਮਾਈ ਹੋਈ ਹੈ ਕਿਉਂਕਿ मुख मंत्री भगवंत मान ने विरोधियों को चैलेंज करता सी कि नित दी किच किच नालों चंगा आ कि आओ बह के आपां गलबात सीधी कर लीए। 1 नवंबर जिस दिन पंजाब की वंड हुई सी उस दिन नूं ही मुख रख के इस गल दे उत्ते चर्चा करन लई कि जिहड़ियां गल्लां तुसीं हुण तक भगवंत मान जां मुख मंत्री ਦੇ रूप ਦੇ ਵਿੱਚ ਭਗਵੰਤ ਮਾਨ ਨੂੰ ਵਾਰ-ਵਾਰ ਘੇਰਦੇ ਹੋ, ਉਹਨਾਂ ਦੇ ਉੱਤੇ ਚਰਚਾ ਕੀਤੀ ਜਾ ਸਕੇ। ਸੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੀ ਸਿਆਸੀ ਧਿਰਾਂ ਨੂੰ ਬਹਿਸ ਦੀ ਚੁਣੌਤੀ ਦੇਣ ਮਗਰੋਂ ਵਿਰੋਧੀ ਧਿਰਾਂ ਵੱਲੋਂ ਉਹਨਾਂ ਤੇ ਨਿਸ਼ਾਨਾ ਵਿੰਨਿਆ ਜਾ ਰਿਹਾ। ਇਸ ਦਰਮਿਆਨ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਜੀ, सुखबीर बादल जी, बाजवा जी, राजा वड़िंग जी, कोई थोड़ी बहुती शर्म नां दी चीज़ घरों लैके तुरदे हो जां नहीं। ये सवाल किया क्यों की कीता है। चांदी दी कही नाल टक लाउण वाली फोटो च कैप्टन नाल बलराम जाखड़ भी खड़े आ, जिहड़े सुनील जाखड़ दे पिता जी है। देवी लाल ने हरियाणा विधान सभा च प्रकाश सिंह बादल दी SYL ते सर्वे करवाउण दी इजाजत देण दी तारीफ कीती है। मुख मंत्री ने कहा कि सुखबीर सिंह गड़गांव वाले उबराए होटल दी फर्द लैके आई। बाकी रही पानी दी गल, ਉਹ ਤੁਸੀਂ ਫਿਕਰ ਨਾ ਕਰੋ। ਛੋਟੇ ਹੁੰਦੇ ਮੇਰੀ ਡਿਊਟੀ ਪਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਤੇ ਚੋਂ ਕੋਈ ਖੱਡ ਨਾ ਪੈ ਜਾਵੇ। ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲੀ ਤੇ ਹੀ ਲਗਾਈ ਗਈ ਹੈ, ਪਰ ਇਸ ਵਾਰ ਖਾਲ ਦਾ ਨਾਂ ਸਤਲੁਜ ਹੈ। 1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜ਼ਰੂਰ ਨਾਲ ਲੈ ਕੇ ਆਇਓ ਤਾਂ ਜੋ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਕੁਰਬਾਨੀ ਲਈ ਗਈ ਹੈ। ਤਾਂ ਇਹ ਹੁਣ ਚਰਚਾ ਛਿੜੀ ਹੋਈ ਹੈ 1 ਨਵੰਬਰ ਦੀ। ਇਸ ਤੋਂ ਬਾਅਦ ਸੁਨੀਲ ਜਾਖੜ ਦੀ ਸਟੇਟਮੈਂਟ ਵੀ ਸਾਹਮਣੇ ਆਈ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਮੁੱਦੇ ਦੇ ਉੱਤੇ ਬਹਿਸ ਕਰਨ ਤੋਂ ਇਨਕਾਰ ਕਰਨ ਦੇ ਲਈ ਆਮ ਆਦਮੀ ਪਾਰਟੀ ਆਪ ਪੰਜਾਬ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਣੇ ਸੁਖਬੀਰ ਬਾਦਲ ਦੇ ਉੱਤੇ ਵੀ ਹਮਲਾ ਬੋਲਿਆ। ਉਹਨਾਂ ਦਾਅਵਾ ਕੀਤਾ ਹੈ ਕਿ ਸੁਨੀਲ ਜਾਖੜ ਵਾਂਗ ਸੁਖਬੀਰ ਬਾਦਲ ਵੀ ਬਹਿਸ ਤੋਂ ਭੱਜਣਗੇ। ਉਹਦੀ ਵਜ੍ਹਾ ਆ, ਉਹਨਾਂ ਕਿਹਾ ਕਿ SYL ਬਾਰੇ ਆਮ ਆਦਮੀ ਪਾਰਟੀ ਦਾ ਸਟੈਂਡ ਬਿਲਕੁਲ ਸਪਸ਼ਟ ਹੈ। ਮਾਨ ਸਰਕਾਰ ਨਾ ਤਾਂ SYL ਬਣ ਦੇਵੇਗੀ, ਨਾ ਹੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਦੂਸਰੇ ਸੂਬੇ ਨੂੰ ਦੇਵੇਗੀ। ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲਏ ਆ। ਇਸ ਲਈ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹੁਣ ਪੋਤੜੇ ਫਰੋਲੇ ਜਾਣੇ ਆ, ਵਜ੍ਹਾ ਤਾਂ ਇਹੀ ਆ। ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕਿ ਉਹ ਜਿਹੜੀ ਟੱਕ ਲਾਉਣ ਵਾਲੀ ਗੱਲ ਕੀਤੀ ਗਈ ਹੈ ਇੰਦਰਾ ਗਾਂਧੀ ਵੱਲੋਂ, ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਚਾਂਦੀ ਕੇ ਸੋਨੇ ਦੀ ਕਹੀ ਲੈ ਕੇ ਪੁੱਜਿਆ ਸੀ ਤੇ ਉੱਥੇ ਹੀ ਬਲਰਾਮ ਜਾਖੜ ਜਿਹੜਾ ਸੁਨੀਲ ਜਾਖੜ ਦਾ ਪਿਓ ਸੀ ਉਹ ਵੀ ਉੱਥੇ ਹੀ ਖੜੋਤਾ ਹੈ। ਇਸ ਕਰਕੇ ਇਹਨਾਂ ਨੂੰ ਹੁਣ ਆਪਣੇ ਜਿਹੜੇ ਪਾਜ ਉਗੜਦੇ ਨਜ਼ਰ ਆਉਂਦੇ ਆ, ਇਸ ਕਰਕੇ ਭੱਜਣਗੇ। ਔਰ ਬਾਦਲਾਂ ਬਾਰੇ ਤਾਂ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਮੈਂ ਗੱਲ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਹਾਂ ਕਿ ਇਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਵੱਟੇ, ਉੱਥੋਂ ਦੀਆਂ ਜ਼ਮੀਨਾਂ ਲਈਆਂ। ਗੜਗਾਉਂ ਦੇ ਵਿੱਚ ਹੁਣ ਬਰਾਈ ਹੋਟਲ ਦੀ ਗੱਲ ਉੱਥੋਂ ਹੀ ਨਿਕਲਦੀ ਆ। ਔਰ ਬਾਲਾਸਰ ਫਾਰਮ ਵਰਗੀਆਂ ਜ਼ਮੀਨਾਂ ਜੇ ਹਰਿਆਣੇ 'ਚ ਇਹਨਾਂ ਨੇ ਲਈਆਂ ਤੇ ਜ਼ਾਹਿਰ ਹੈ ਕਿ ਉਹਦੇ ਵੱਟੇ ਇਹਨਾਂ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਆ। ਇਤਿਹਾਸ ਦੀਆਂ ਪਰਤਾਂ ਫਰੋਲ ਕੇ ਸਾਹਮਣੇ ਰੱਖੀਆਂ ਜਾਣਗੀਆਂ। ਇਸ ਤੋਂ ਲੱਗਦਾ ਕਿ ਹੁਣ ਸੁਖਬੀਰ ਬਾਦਲ ਵੀ ਭੱਜੂਗਾ। ਤਾਂ ਇੱਥੇ ਇੱਕ ਹੋਰ ਉਸ ਗੱਲ ਸੁਨੀਲ ਜਾਖੜ ਦੀ ਵੀ ਆਉਂਦੀ ਹੈ। ਕੰਗ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਜਾਖੜ ਹੋਰੀ ਕਹਿੰਦੇ ਸੀ
ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ ਆਪਣੇ ਕੱਪੜੇ ਅਤੇ ਜੈਕਟ ਹੀ ਬਦਲਿਆ, ਉਸਨੇ ਇੱਕ ਵੀ ਚੰਗਾ ਕੰਮ ਨਹੀਂ ਕੀਤਾ। ਉਹਨਾਂ ਸਵਾਲ ਖੜਾ ਕੀਤਾ ਕਿ ਸੁਨੀਲ ਜਾਖੜ ਹੁਣ ਪੀਐਮ ਮੋਦੀ ਤੇ ਦਿੱਤੇ ਆਪਣੇ ਬਿਆਨ ਤੋਂ ਪਿੱਛੇ ਹਟਣਗੇ। ਕਿ ਸੁਨੀਲ ਜਾਖੜ ਹੁਣ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫਨਾਮੇ ਅਤੇ ਕਪੂਰੀ ਪਟਿਆਲਾ 'ਚ ਇੰਦਰਾ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ SYL ਦੇ ਉਦਘਾਟਨ ਨੂੰ ਰੱਦ ਕਰਨਗੇ। ਕੰਗ ਨੇ ਕਿਹਾ ਕਿ ਜੇਕਰ ਜਾਖੜ ਨੂੰ ਪੰਜਾਬ ਦੀ ਕੋਈ ਚਿੰਤਾ ਹੈ ਤਾਂ ਉਹਨਾਂ ਨੂੰ ਗਜੇਂਦਰ ਸਿੰਘ ਸ਼ੇਖਾਵਤ, ਪ੍ਰਧਾਨ ਮੰਤਰੀ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਹੁਣ ਗੱਲ ਕਰਦੇ ਹਾਂ ਕਿ ਸੁਨੀਲ ਜਾਖੜ ਨੇ ਇਹ ਵੀ ਮਨਾ ਕਰਤਾ ਕਿ ਮੈਂ ਤਾਂ ਟੈਗੋਰ ਥੀਏਟਰ ਦੇ ਵਿੱਚ ਮੀਟਿੰਗ ਦੇ ਵਿੱਚ ਜਾਣਾ ਹੀ ਨਹੀਂਗਾ, ਕਿਉਂਕਿ ਉੱਥੇ ਨਾਟਕ ਖੇਡੇ ਜਾਂਦੇ ਆ। ਮੈਂ ਉੱਥੇ ਕੋਈ ਨਾਟਕ ਨਹੀਂ ਖੇਡਣ ਜਾਣਾ, ਮੈਂ ਕੋਈ ਕਮੇਡੀ ਨਹੀਂ ਸੁਣਨ ਜਾਣੀਗੀ। ਜੇ ਭਗਵੰਤ ਮਾਨ ਨੇ ਗੱਲ ਕਰਨੀ ਆ ਤਾਂ ਮੇਰੇ ਨਾਲ ਆ ਕੇ ਅਬੋਹਰ ਦੇ ਵਿੱਚ ਗੱਲ ਕਰੇ ਔਰ ਉੱਥੇ ਹੀ ਪਤਾ ਲੱਗੂਗਾ ਕਿ ਪਾਣੀ ਦੀ ਸਾਨੂੰ ਉੱਥੇ ਕੀ ਸਮੱਸਿਆ ਆਉਂਦੀ ਆ। ਇਹ ਗੱਲ ਮਤਲਬ ਸੁਨੀਲ ਜਾਖੜ ਹੋਰੀ ਕਹਿ ਰਹੇ ਆ, ਜਿਨ੍ਹਾਂ ਦੇ ਪਿਓ ਦੀ ਫੋਟੋ ਭਗਵੰਤ ਮਾਨ ਨੇ ਸਪੈਸ਼ਲ ਮੂਹਰੇ ਰੱਖ ਦਿੱਤੀ ਆ ਵੀ ਆਹ ਦੇਖੋ ਇੰਦਰਾ ਗਾਂਧੀ ਜਦੋਂ ਕਪੂਰੀ ਕੋਲੇ ਟੱਕ ਲਾ ਰਹੇ ਸੀ ਨਹਿਰ ਦਾ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੇ ਬਲਰਾਮ ਜਾਖੜ ਦੋਵੇਂ ਉੱਥੇ ਖੜੇ ਆ। ਹੁਣ ਇਹ ਗੱਲਾਂ ਸਾਹਮਣੇ ਆ। ਹੁਣ ਟੈਗੋਰ ਥੀਏਟਰ ਦੀ ਆਪਾਂ ਜੇ ਗੱਲ ਕਰ ਲਈਏ, ਚੰਡੀਗੜ੍ਹ ਦੀ ਉਂਝ ਤਾਂ ਨਾਟਕ ਕਲਾ ਲਈ ਅਤੇ ਸੱਭਿਆਚਾਰ ਚੇਤਨਾ ਦਾ ਸੰਚਾਰ ਕਰਨ ਲਈ ਇਹ ਪ੍ਰਸਿੱਧ ਹੈ, ਪਰ ਇਹ ਹੁਣ ਪੰਜਾਬ ਦੇ ਸਿਆਸੀ ਨਾਟਕ ਦਾ ਗਵਾਹ ਬਣਨ ਲਈ ਵੀ ਤਿਆਰ ਹੈ। ਪੰਜਾਬ ਸਰਕਾਰ ਨੇ ਇਸ ਥੀਏਟਰ ਨੂੰ ਵਿਰੋਧੀ ਧਿਰ ਨਾਲ ਬਹਿਸ ਕਰਨ ਲਈ ਬੁੱਕ ਕਰਵਾਇਆ। ਅਸਲ 'ਚ ਜਾਣਦੇ ਹਾਂ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਭਗਵੰਤ ਮਾਨ ਨੇ SYL ਮੁੱਦੇ ਸਮੇਤ ਪੰਜਾਬ ਦੇ ਕਈ ਹੋਰ ਮੁੱਦਿਆਂ ਦੇ ਉੱਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਆ। ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ। ਹੁਣ ਜਦੋਂ ਇਸ ਸਿਆਸੀ ਨਾਟਕ ਦੀ ਸਕ੍ਰਿਪਟ ਤਿਆਰ ਹੋ ਗਈ ਹੈ ਤਾਂ ਸੂਬਾ ਸਰਕਾਰ ਨੇ ਇਸ ਲਈ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਨੂੰ ਚੁਣਿਆ ਤੇ ਇਸ ਨੂੰ 1 ਨਵੰਬਰ ਲਈ ਬੁੱਕ ਕਰ ਲਿਆ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਕਿ ਬਹਿਸ ਕਿਸ ਤਰ੍ਹਾਂ ਦੀ ਹੋਵੇਗੀ, ਪਰ ਇਹ ਥੀਏਟਰ ਸਿਆਸੀ ਆਗੂਆਂ ਅਤੇ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਦੋਸ਼ ਮੜਨ ਵਾਲੀਆਂ ਵੱਖ-ਵੱਖ ਸਿਆਸੀ ਧਿਰਾਂ ਦੀ ਹੋਣ ਵਾਲੀ ਬਹਿਸ ਦਾ ਗਵਾਹ ਜ਼ਰੂਰ ਬਣ ਸਕਦਾ ਹੈ। ਇਸ ਦੌਰਾਨ ਦਿਲਚਸਪ ਗੱਲ ਪਤਾ ਕੀ ਹੈ ਕਿ ਇਸ ਬਹਿਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 20 ਅਤੇ 21 ਅਕਤੂਬਰ ਨੂੰ ਵਿਧਾਨ ਸਭਾ ਦਾ 2 ਦਿਨਾਂ ਦਾ ਇਜਲਾਸ ਵੀ ਸੱਦ ਲਿਆ ਔਰ ਉਹਦੇ ਵਿੱਚ ਹੀ ਕਈ ਕੁਛ ਜਿਹੜਾ ਆ ਨਾਟਕਬਾਜ਼ੀਆਂ ਚੱਲਣਗੀਆਂ ਔਰ ਕਈ ਜਣੇ ਭੱਜਣਗੇ ਤੇ ਕਈ ਜਣੇ ਰੁੱਸਣਗੇ ਤੇ ਕਈ ਜਣੇ ਗੱਲ ਕਰਨ ਤੋਂ ਜਿਹੜੇ ਇਹ ਵਿਰੋਧੀ ਧਿਰਾਂ ਕਹਿੰਦੀਆਂ ਸੀਗੀਆਂ ਜੀ ਇਸ ਦੇ ਉੱਤੇ SYL ਦੇ ਉੱਤੇ ਪਹਿਲਾਂ ਸੰਸਦ ਦਾ ਇਜਲਾਸ ਸੱਦੋ। ਹੁਣ ਇੱਥੇ ਇਹ ਵੀ ਦੇਖਿਆ ਜਾਊ ਨਾ ਕਿ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਆ, ਜਿਹੜੀਆਂ ਪਾਰਟੀਆਂ ਪੰਜਾਬ 'ਚ ਬੈਠੀਆਂ ਕਿ ਸਾਰਿਆਂ ਨੂੰ ਉਸ ਸੰਸਦ ਦੇ ਇਜਲਾਸ ਵਿੱਚ ਸੱਦਾ ਦਿੱਤਾ ਜਾਂਦਾ SYL ਦੇ ਉੱਤੇ, ਜਾਂ ਫਿਰ 1 ਨਵੰਬਰ ਨੂੰ ਹੀ ਬਹਿਸ ਦੀ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਛਿੜੂਗੀ, ਉੱਥੇ ਹੀ ਕੋਈ ਹੋਊਗਾ। ਇਹ ਹੁਣ 20-21 ਅਕਤੂਬਰ ਨੂੰ ਪਤਾ ਲੱਗ ਜਾਊਗਾ ਤੇ ਅਜਿਹਾ ਵੀ ਪਹਿਲੀ ਵਾਰ ਹੋਊਗਾ ਜਦੋਂ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਕਾਰ ਵਿਧਾਨ ਸਭਾ ਦੀ ਬਜਾਏ ਕਿਸੇ ਜਨਤਕ ਥਾਂ ਤੇ ਬਹਿਸ ਹੋਊਗੀ, ਜਿਹੜੀ ਟੈਗੋਰ ਥੀਏਟਰ ਵਿੱਚ ਹੋਣੀ ਹੈ। ਇਸ ਬਹਿਸ ਦਾ ਸੱਦਾ CM ਮਾਨ ਨੇ ਖੁਦ ਦਿੱਤਾ ਆ ਤੇ ਇਸ ਨੂੰ ਜਿਹੜਾ ਚੁਣਨ ਦਾ ਸੁਝਾਅ ਆ, ਵਿਧਾਨ ਸਭਾ ਨਹੀਂ ਸੀ ਕਿਹਾ ਗਾ। ਪ੍ਰਤਾਪ ਸਿੰਘ ਬਾਜਵਾ ਕਹਿੰਦਾ ਸੀ ਟੈਗੋਰ ਥੀਏਟਰ ਚੁਣੋ ਤੇ ਸਰਕਾਰ ਮੰਨ ਗਈ ਹੈ, ਟੈਗੋਰ ਥੀਏਟਰ ਚੁਣ ਲਿਆ ਗਿਆ ਹੈ। ਤੇ ਇਸ ਕਰਕੇ ਇਹ ਬਹਿਸ ਕਿੰਨੀ ਦੇਰ ਚੱਲੂਗੀ, ਕਿਹੜੇ-ਕਿਹੜੇ ਆਗੂ ਇਸ ਵਿੱਚ ਸ਼ਾਮਲ ਹੋਣਗੇ, ਇਹ ਹਾਲੇ ਤੱਕ ਤੈਅ ਨਹੀਂ ਕੀਤਾ ਗਿਆ। ਤੇ ਪਤਾ ਇਹ ਵੀ ਲੱਗਾ ਕਿ ਛੇਤੀ ਹੀ ਬਹਿਸ ਦਾ ਵਿਸ਼ਾ ਤੇ ਸੱਦੇ ਜਾਣ ਵਾਲੇ ਆਗੂਆਂ ਬਾਰੇ ਫੈਸਲਾ ਲਿਆ ਜਾਊਗਾ। ਅਜੇ ਤਾਂ ਸਭ ਦੀਆਂ ਨਜ਼ਰਾਂ ਵਿਰੋਧੀ ਧਿਰ ਤੇ ਟਿਕੀਆਂ ਹੋਈਆਂ ਕਿ ਉਹਨਾਂ ਦਾ ਇਸ ਬਹਿਸ ਬਾਰੇ ਕੀ ਵਿਚਾਰ ਹੈ, ਕਿਉਂਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਹਿਸ ਦੀ ਚੁਣੌਤੀ ਤਾਂ ਸਵੀਕਾਰ ਕਰ ਲਈ ਸੀ, ਪਰ ਉਹਨਾਂ ਨੇ ਮੁੱਖ ਮੰਤਰੀ ਨੂੰ ਇੱਕ ਸਵਾਲ ਪੁੱਛਿਆ ਸੀ ਕਿ ਉਹਨਾਂ ਨੇ ਕਿਸ ਦੇ ਦਬਾਅ 'ਚ ਆ ਕੇ ਸੁਪਰੀਮ ਕੋਰਟ ਅੱਗੇ ਗੋਡੇ ਟੇਕੇ ਸਨ, ਜਦੋਂ ਕਿ ਕਾਂਗਰਸ ਪ੍ਰਧਾਨ ਰਾਜੇ ਵੜਿੰਗ ਨੇ ਵੀ ਮੁੱਖ ਮੰਤਰੀ ਨੂੰ 8 ਸਵਾਲ ਪੁੱਛੇ ਨੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਹ ਬਹਿਸ ਵਿਧਾਨ ਸਭਾ ਦੀ ਬੈਠਕ ਤੋਂ ਪਹਿਲਾਂ ਕਿਉਂ ਨਹੀਂ ਰੱਖੀ ਗਈ। ਹੁਣ ਇਹ ਫੈਸਲਾ ਵਿਰੋਧੀ ਪਾਰਟੀਆਂ 'ਤੇ ਹੈ ਕਿ ਉਹ ਬਹਿਸ 'ਚ ਹਿੱਸਾ ਲੈਣਗੇ ਜਾਂ ਮੁੱਖ ਮੰਤਰੀ ਤੋਂ ਪਹਿਲਾਂ ਆਪਣੇ ਸਵਾਲਾਂ ਦੇ ਜਵਾਬ ਮੰਗਣਗੇ। ਤਾਂ 1 ਨਵੰਬਰ ਨੂੰ ਲਿੰਕ ਨਹਿਰ ਜਿਹੜੀ ਹੈ SYL ਇਸ ਦੇ ਮਾਮਲੇ 'ਚ ਪੰਜਾਬ ਦੇ CM ਵੱਲੋਂ ਕਰਵਾਈ ਜਾਣ ਵਾਲੀ ਖੁੱਲ੍ਹੀ ਬਹਿਸ ਦੇ ਉੱਤੇ ਵਿਰਾਮ ਲੱਗਦਾ ਨਜ਼ਰ ਆ ਰਿਹਾ, ਕਿਉਂਕਿ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਦੇ ਡਾਇਰੈਕਟਰ ਨੇ ਪੰਜਾਬ ਸਰਕਾਰ ਨੂੰ ਭੇਜੇ
ਜਵਾਬ ਵਿੱਚ ਕਿਹਾ ਹੈ ਕਿ ਟੈਗੋਰ ਥੀਏਟਰ ਵਿੱਚ ਕਦੇ ਵੀ ਧਾਰਮਿਕ ਸਮਾਗਮ ਜਾਂ ਸਿਆਸੀ ਬਹਿਸ ਨਹੀਂ ਹੁੰਦੀ। ਟੈਗੋਰ ਥੀਏਟਰ ਵੱਲੋਂ ਇਹ ਦੱਸਿਆ ਗਿਆ ਆ ਕਿ ਫਿਲਹਾਲ ਮੁੱਖ ਮੰਤਰੀ ਵੱਲੋਂ 1 ਨਵੰਬਰ ਨੂੰ ਟੈਗੋਰ ਥੀਏਟਰ ਦੀ ਬੁਕਿੰਗ ਲਈ ਗੱਲ ਹੋਈ ਸੀ, ਪਰ ਹਾਲੇ ਤੱਕ ਬੁਕਿੰਗ ਨਹੀਂ ਹੋਈ। ਤੇ ਦੂਸਰੇ ਪਾਸੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਵੀ ਮੁੱਖ ਮੰਤਰੀ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਰਿਹਾ ਹੈ ਕਿ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਵੀ ਦਿਓ। ਹੁਣ ਇਹ ਸਾਰੇ ਪਾਸਿਓਂ ਘਿਰਦੇ ਆ ਰਹੇ ਮੁੱਖ ਮੰਤਰੀ ਆਖਰ ਦੇਖਦੇ ਆ ਕਿ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਦਾ ਜਵਾਬ ਦਿੰਦੇ ਆ ਜਾਂ ਫਿਰ 1 ਨਵੰਬਰ ਨੂੰ ਉੱਥੇ ਮੀਟਿੰਗ ਦੇ ਵਿੱਚ ਜਵਾਬ ਦੇਣਗੇ। ਜੋ ਬਹਿਸ ਖੁੱਲ੍ਹੀ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੇਗਾ। ਅਗਲੀ ਖਬਰ ਵੱਲ ਆਉਂਦੇ ਆ ਜੀ। ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਵੱਡਾ ਖੁਲਾਸਾ ਹੋਇਆ ਤੇ ਖੁਲਾਸਾ ਵੀ ਇਹੋ ਜਿਹਾ ਕਿ ਇੱਕ ਨਿੱਕੀ ਜਿਹੀ ਗੱਲ ਪਿੱਛੇ ਇਹੋ ਜਿਹੀ ਲੈਜੈਂਡ ਹਸਤੀ ਨੂੰ ਬਿਲਕੁਲ ਖਤਮ ਕਰਤਾ ਹਮੇਸ਼ਾ ਦੇ ਲਈ। ਔਰ ਇੰਨੀ ਦਕਿਆਨੂਸੀ ਔਰ ਘਟੀਆ ਸੋਚ ਦਾ ਵਰਤਾਰਾ ਸਾਹਮਣੇ ਆਇਆ ਆ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰਾਂ ਦਾ ਬਿਆਨ ਵੀ ਸਾਹਮਣੇ ਆਇਆ। ਤਾਂ ਪਹਿਲਾਂ ਗੱਲ ਕਰਦੇ ਹਾਂ ਕਿ ਆਖਰ ਜਿਹੜਾ ਸਚਿਨ ਬਿਸ਼ਨੋਈ ਫੜਿਆ ਗਿਆ ਆ, ਸਚਿਨ ਬਿਸ਼ਨੋਈ ਨੇ ਕਾਫੀ ਅਹਿਮ ਖੁਲਾਸੇ ਕੀਤੇ ਆ। ਤਾਂ ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਇਹ ਕੀਤਾ ਆ ਕਿ ਸਿੱਧੂ ਮੂਸੇਵਾਲਾ ਅਤੇ ਲਾਰੈਂਸ ਬਿਸ਼ਨੋਈ ਵਿਚਾਲੇ ਵਿਵਾਦ ਕਬੱਡੀ ਕੱਪ ਨੂੰ ਲੈ ਕੇ ਸ਼ੁਰੂ ਹੋਇਆ ਸੀ। ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਜਾ ਰਿਹਾ ਸੀਗਾ। ਸੂਤਰਾਂ ਮੁਤਾਬਕ ਸਚਿਨ ਬਿਸ਼ਨੋਈ ਨੇ ਦੱਸਿਆ ਕਿ ਅਗਸਤ 2021 'ਚ ਉਹ ਅਤੇ ਲਾਰੈਂਸ ਬਿਸ਼ਨੋਈ ਅਜਮੇਰ ਜੇਲ੍ਹ ਦੇ ਵਿੱਚ ਬੰਦ ਸੀਗੇ। ਇੱਥੇ ਉਸ ਨੂੰ ਪਤਾ ਲੱਗਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਊਗਾ। ਉਹਨੂੰ ਦੇਖੋ ਪਹਿਲਾਂ ਹੀ ਪਤਾ ਸੀਗਾ, ਇਹਦਾ ਮਤਲਬ ਰੇਕੀ ਹੋ ਰਹੀ ਸੀ, ਇਹਦਾ ਮਤਲਬ ਸੀ ਉਹਦੇ ਮਗਰ ਪਏ ਹੋਏ ਸੀ ਕਿੰਨੇ ਚਿਰ ਤੋਂ। ਗੈਂਗਸਟਰ ਸਚਿਨ ਬਿਸ਼ਨੋਈ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਕਬੱਡੀ ਕੱਪ ਭਾਗੋ ਮਾਜਰਾ ਵਿੱਚ ਜੋ ਹੋਣਾ ਸੀ ਉੱਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀਗਾ। ਦਰਅਸਲ ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਜਾ ਰਿਹਾ ਸੀ ਤੇ ਇਹ ਕਿਹਾ ਸੀ ਸਿੱਧੂ ਨੂੰ ਕਿ ਉਹ ਸਾਡਾ ਦੁਸ਼ਮਣ ਹੈ, ਪਰ ਲਾਰੈਂਸ ਦੇ ਕਹਿਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਉੱਥੇ ਚਲਾ ਗਿਆ। ਲਾਰੈਂਸ ਤੇ ਮੂਸੇਵਾਲਾ ਵਿਚਕਾਰ ਫੋਨ ਦੇ ਉੱਤੇ ਗੱਲ ਹੋਈ ਸੀ, ਬਹਿਸ ਹੋਈ। ਇਸ ਤੋਂ ਬਾਅਦ ਲਾਰੈਂਸ ਨੇ ਸਿੱਧੂ ਮੂਸੇਵਾਲੇ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੂੰ ਰੋਕਣ ਦੇ ਬਾਵਜੂਦ ਕਬੱਡੀ ਕੱਪ ਵਿੱਚ ਕਿਉਂ ਗਿਆ। ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਗਾਲਾਂ ਕੱਢੀਆਂ। ਸਿੱਧੂ ਮੂਸੇਵਾਲਾ ਨੇ ਵੀ ਜਵਾਬ ਦੇ ਵਿੱਚ ਉਵੇਂ ਹੀ ਬਰਾਬਰੀ ਕੀਤੀ ਜਿਵੇਂ ਉਹਨੇ ਕੀਤੀ, ਕਿਉਂਕਿ ਸਿੱਧੂ ਮੂਸੇਵਾਲੇ ਦੀ ਇੱਕ ਬੇਬਾਕੀ ਇਹ ਹੁੰਦੀ ਸੀ ਕਿ ਉਹ ਦਿਲ 'ਚ ਗੱਲ ਨਹੀਂ ਸੀ ਰੱਖਦਾ, ਉਹ ਸਿੱਧੀ ਖਰੀ ਗੱਲ ਅਗਲੇ ਦੇ ਮੂੰਹ 'ਤੇ ਕਹਿ ਦਿੰਦਾ ਸੀਗਾ। ਆਮ ਪੰਜਾਬੀ ਜ਼ਬਾਨ 'ਚ ਅਸੀਂ ਕਹਿ ਦਿੰਦੇ ਹਾਂ ਮੂੰਹ ਫੱਟ ਵੀ ਸੀਗਾ, ਕੋਈ ਮਨ 'ਚ ਨਹੀਂ ਸੀ ਰੱਖਦਾ। ਆਪਣੇ ਗੀਤਾਂ ਜ਼ਰੀਏ ਵੀ ਜੇ ਕੁਝ ਗੱਲਾਂ ਜਿਹੜੀਆਂ ਸੀ ਉਹ ਵਿਰੋਧੀਆਂ ਨੂੰ ਉਹ ਕਹਿ ਦਿੰਦਾ ਸੀ, ਇਹ ਉਹਦੀ ਫਿਤਰਤ ਵਿੱਚ ਵੀ ਸ਼ਾਮਿਲ ਸੀਗਾ। ਇਸੇ ਤਰੀਕੇ ਨਾਲ ਉਹ ਬਿਨਾਂ ਡਰਦਿਆਂ ਝਕਦਿਆਂ ਕਿਸੇ ਕੋਲੋਂ ਨਾ ਡਰਨ ਵਾਲੀ ਗੱਲ ਦੇ ਉੱਤੇ ਚੱਲਦਿਆਂ ਹੋਇਆ ਉਹਨੇ ਲਾਰੈਂਸ ਬਿਸ਼ਨੋਈ ਨੂੰ ਵੀ ਜਵਾਬ ਦਿੱਤਾ। ਤਾਂ ਜਦੋਂ ਲਾਰੈਂਸ ਬਿਸ਼ਨੋਈ ਨੇ ਸਿੱਧੂ ਨੂੰ ਫੋਨ ਕੀਤਾ ਤਾਂ ਮੂਸੇਵਾਲੇ ਨੇ ਕਿਹਾ ਸੀ ਕਿ ਜੇਕਰ ਤੁਸੀਂ ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ ਤਾਂ ਕਰੋ ਅਤੇ ਆਪਣੇ ਬਾਪ ਨੂੰ ਬੋਲ ਦਿਓ, ਜੋ ਕਰਨਾ ਹੈ ਕਰ ਲਵੇ, ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਸਚਿਨ ਬਿਸ਼ਨੋਈ ਦਾ ਕਹਿਣਾ ਹੈ ਕਿ ਉਸ ਸਮੇਂ ਤੋਂ ਮੂਸੇਵਾਲੇ ਦੇ ਕਤਲ ਦੀ ਪਲਾਨਿੰਗ ਸ਼ੁਰੂ ਹੋ ਗਈ ਸੀ ਔਰ ਫਿਰ ਤੁਸੀਂ ਦੇਖਿਆ ਕਿ ਕਿਸ ਤਰੀਕੇ ਉਹਦੇ ਘਰ ਦੀ ਰੇਕੀ ਕੀਤੀ ਗਈ ਔਰ ਜਿਸ ਤਰੀਕੇ ਉਹਨੂੰ ਕਤਲ ਕੀਤਾ ਗਿਆ ਜਵਾਰਕੇ ਦੇ ਨੇੜੇ, ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਔਰ ਇੱਕ ਵੱਡੀ ਅਣਹੋਣੀ ਇਹ ਹੋਈ ਕਿ ਹਜੇ ਤੱਕ ਉਸ ਦੇ ਕਾਤਲਾਂ ਦੀ ਜਿਹੜੀ ਆ ਉਹ ਪਕੜ ਮੁਕੰਮਲ ਰੂਪ ਵਿੱਚ ਨਹੀਂ ਹੋ ਸਕੀ। ਅਜੇ ਵੀ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਪੇ ਆ ਉਹਦੇ ਲਈ ਇਨਸਾਫ ਦੀ ਉਡੀਕ ਕਰਦੇ ਆ, ਉਹਦੇ ਪ੍ਰਸ਼ੰਸਕ ਉਹਦੇ ਲਈ ਇਨਸਾਫ ਦੀ ਉਡੀਕ ਕਰਦੇ ਆ। ਉਹ ਇੱਕ ਅਜਿਹੀ ਹਸਤੀ ਸੀ ਜਿਹਨੂੰ ਪੂਰੀ ਦੁਨੀਆ ਦੇ ਲੋਕ ਬੜੀ ਚਾਹਤ ਨਾਲ ਉਸਦੇ ਗੀਤਾਂ ਨੂੰ ਸੁਣਦੇ ਆ, ਅੱਜ ਵੀ ਉਹਨੂੰ ਮਿਸ ਕੀਤਾ ਜਾਂਦਾ ਆ। ਪਰ ਇਸ ਦੇ ਬਾਵਜੂਦ ਹੁਣ ਜਦੋਂ ਸਚਿਨ ਬਿਸ਼ਨੋਈ ਦਾ ਇਹ ਬਿਆਨ ਆਇਆ ਆ, ਇਹਦੀ ਚਰਚਾ ਹੋ ਰਹੀ ਆ, ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਹੋਰਾਂ ਦਾ ਬਿਆਨ ਵੀ ਆਇਆ ਆ। ਤਾਂ ਉਹਨਾਂ ਦਾ ਕਹਿਣਾ ਆ ਕਿ ਉਹਨਾਂ ਨੇ ਇਸ ਸੰਬੰਧੀ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਐਸਐਸਪੀ ਨੂੰ ਕਿਹਾ ਆ ਕਿ ਇਸ ਇੱਕ ਬਾਲੀਆ ਬਿਆਨ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਬਲਕੌਰ ਸਿੰਘ ਨੇ ਕਿਹਾ ਆ ਕਿ ਵਿੱਕੀ ਮਿੱਡੂ ਖੇੜਾ ਨਾਲ ਉਹਨਾਂ ਦਾ ਕਦੇ ਕੋਈ ਵਿਵਾਦ ਨਹੀਂ ਰਿਹਾ। ਹਾਲਾਂਕਿ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੂੰਗਾ ਕਿ ਵਿੱਕੀ ਮਿੱਡੂ ਖੇੜਾ ਮੁਕਤਸਰ ਦੇ ਕੋਲੇ ਪਿੰਡ ਹੈ। ਇਹ ਨੌਜਵਾਨ ਵੀ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਚਰਚਿਤ ਨੌਜਵਾਨਾਂ ਦੇ ਵਿੱਚੋਂ ਇੱਕ ਸੀਗਾ ਜਿਸ ਦਾ ਚੰਡੀਗੜ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ।
ਔਰ ਕਤਲ ਕਰਨ ਤੋਂ ਬਾਅਦ ਇਹ ਚਰਚਾ ਛਿੜਦੀ ਸਿੱਧੂ ਮੂਸੇਵਾਲੇ ਤੱਕ ਪੁੱਜ ਗਈ ਔਰ ਲਾਰੈਂਸ ਬਿਸ਼ਨੋਈ ਜੋ ਸੀਗਾ ਵਿੱਕੀ ਮਿੱਡੂ ਖੇੜੇ ਦੇ ਖਾਸ ਮਿੱਤਰਾਂ ਦੇ ਵਿੱਚੋਂ ਸੀਗਾ। ਕਾਫੀ ਸਾਰੀਆਂ ਤਸਵੀਰਾਂ ਨੈੱਟ ਦੇ ਉੱਤੇ ਪਈਆਂ ਹੁੰਦੀਆਂ, ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਨੂੰ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜ੍ਹਨ ਦੇ ਸਮੇਂ ਇਹ ਸਾਰਾ ਇੱਕ ਗਰੁੱਪ, ਇੱਕ ਟੋਲਾ ਜਿਹੜਾ ਇਹ ਇਕੱਠਾ ਹੁੰਦਾ ਸੀਗਾ ਔਰ ਨਹੀਂ ਸੀ ਪਤਾ ਕਿ ਉਹ ਐਡਾ ਵੱਡਾ ਗੈਂਗਸਟਰ ਬਣ ਕੇ ਨਿਕਲੂਗਾ ਲਾਰੈਂਸ ਬਿਸ਼ਨੋਈ। ਔਰ ਜਦੋਂ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ ਤਾਂ ਉਸ ਦਾ ਕਹਿਣਾ ਸੀਗਾ ਕਿ ਇਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਹੱਥ ਹੈ। ਇਹ ਇੱਕ ਸ਼ੱਕ ਦੀ ਵਜ੍ਹਾ ਪ੍ਰਗਟ ਕੀਤੀ ਜਾ ਰਹੀ ਆ ਔਰ ਇਸੇ ਸ਼ੱਕ ਦੇ ਵਿੱਚ ਹੀ ਸਿੱਧੂ ਦਾ ਕਤਲ ਹੋ ਗਿਆ ਔਰ ਬਲਕੌਰ ਸਿੰਘ ਨੇ ਇਸ ਗੱਲ ਦੇ ਉੱਤੇ ਹੀ ਤਾਇਦ ਕੀਤੀ ਆ ਕਿ ਵਿੱਕੀ ਮਿੱਡੂ ਖੇੜਾ ਨਾਲ ਉਹਨਾਂ ਦਾ ਕਦੇ ਕੋਈ ਵਿਵਾਦ ਨਹੀਂ ਸੀ। ਹਾਲਾਂਕਿ ਵਿੱਕੀ ਮਿੱਡੂ ਖੇੜਾ ਦਾ ਜਦੋਂ ਕਤਲ ਹੁੰਦਾ ਆ ਤੇ ਮੂਸੇਵਾਲੇ ਦੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਿਲ ਕੇ ਆਇਆ। ਬਲਕੌਰ ਸਿੰਘ ਨੇ ਇਹ ਕਿਹਾ ਕਿ ਜੇਕਰ ਉਹਨਾਂ ਦੇ ਪੁੱਤ ਦਾ ਕੋਈ ਕਸੂਰ ਨਿਕਲਦਾ ਆ ਤਾਂ ਉਹ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਣਗੇ। ਫਿਲਹਾਲ ਇਹ ਹੁਣ ਘਟਨਾਕ੍ਰਮ ਇਦਾਂ ਦਾ ਆ ਜਿਸ ਦੇ ਵਿੱਚ ਇਹ ਗੱਲ ਯਕੀਨ ਨਾਲ ਨਹੀਂ ਕਹੀ ਜਾ ਸਕਦੀ, ਪਰ ਇਹ ਸਚਨ ਬਿਸ਼ਨੋਈ ਕੋਲੋਂ ਜਿਹੜਾ ਖੁਲਾਸਾ ਹੋਇਆ ਆ ਉਸ ਦੇ ਵਿੱਚ ਤਾਂ ਇੱਕੋ ਗੱਲ ਨਿਕਲਦੀ ਆ ਕਿ ਵਾਕਿਆ ਹੀ ਸਿੱਧੂ ਨਾਲ ਬਹੁਤ ਨਜਾਇਜ਼ ਕੀਤੀ ਗਈ ਆ। ਇੱਕ ਨਿੱਕੀ ਜਿਹੀ ਗੱਲ ਪਿੱਛੇ ਕਿ ਗੈਂਗਸਟਰਾਂ ਦੀ ਆਪਸੀ ਲੜਾਈ ਦੇ ਵਿੱਚ ਖਾਮਖਾ ਇੱਕ ਕਲਾਕਾਰ ਜਿਹੜਾ ਸੀਗਾ ਉਹ ਮਾਰਿਆ ਗਿਆ ਔਰ ਕੱਢਿਆ ਪਾਇਆ ਕੁਛ ਨਹੀਂ। ਅੱਜ ਉਹ ਵੀ ਉਸਦੇ ਮਾਪੇ ਇਨਸਾਫ ਲਈ ਵਿਲਕਦੇ ਆ ਔਰ ਪ੍ਰਸ਼ੰਸਕਾਂ ਦਾ ਤਾਂ ਇਹ ਕਹਿਣਾ ਆ ਕਿ ਇਹਨਾਂ ਸਾਰੇ ਟੋਲੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਕਹਿ ਦਿੰਦੇ ਆ ਕਿ ਮੇਰੇ ਪੁੱਤ ਦੇ ਗੀਤਾਂ ਦੇ ਉੱਤੇ ਤਾਂ ਸਰਕਾਰਾਂ ਬੈਨ ਲਾ ਦਿੰਦੀਆਂ ਨੇ, ਪਰ ਪਿੱਛੇ ਜੇ ਲਾਰੈਂਸ ਬਿਸ਼ਨੋਈ ਦਾ ਇੱਕ ਨਿੱਜੀ ਟੀਵੀ ਚੈਨਲ ਵੱਲੋਂ ਕੀਤਾ ਗਿਆ ਇੰਟਰਵਿਊ ਹਾਲੇ ਤੱਕ ਕਿਉਂ ਨਹੀਂ ਕੱਟਿਆ। ਮੇਰਾ ਵੱਸ ਚੱਲੇ ਤਾਂ ਮੈਂ ਇਹੋ ਜਿਹੀਆਂ ਕਤੀੜਾਂ ਨੂੰ ਸਿੱਧਾ ਕਰ ਦਿਆਂ। ਉਸ ਦੇ ਪਿਓ ਦੇ ਮਨ ਦੇ ਵਿੱਚ ਇੰਨਾ ਗੁੱਸਾ ਆ, ਪਰ ਆਖਰ ਹੁਣ ਦੇਖਣਾ ਹੋਊਗਾ ਕਿ ਕਦੋਂ ਉਹਨਾਂ ਨੂੰ ਇਨਸਾਫ ਮਿਲਦਾ ਆ। ਅੱਗੇ ਉਹਨੇ ਜੀ 5 ਰਾਜਾਂ ਦੀਆਂ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਨੂੰ ਇੱਕੋ ਜਿਹੀਆਂ ਘਰੇਲੂ ਔਕੜਾਂ ਦਾ ਸਾਹਮਣਾ ਕਰਨਾ ਪੈਣਾ। ਜ਼ਾਹਿਰ ਹੈ ਕਿ ਦੋਵੇਂ ਪਾਰਟੀਆਂ ਦੇਸ਼ ਦੀਆਂ ਉਹਨਾਂ ਪ੍ਰਮੁੱਖ ਪਾਰਟੀਆਂ ਵਿੱਚੋਂ ਆ ਜਿਹੜੀ ਹੁਣ ਸੱਤਾ ਦੀ ਦੌੜ ਵਿੱਚ ਕੋਸ਼ਿਸ਼ 'ਚ ਲੱਗੀਆਂ ਆ ਕਿ ਕਾਬਜ਼ ਹੋਇਆ ਜਾਵੇ ਔਰ ਕਾਂਗਰਸ ਤਾਂ ਖਾਸ ਤੌਰ 'ਤੇ ਲੰਬਾ ਸਮਾਂ ਰਹੀ ਇਸ ਦੇਸ਼ ਵਿੱਚ। ਭਾਜਪਾ ਤਾਂ ਚਲੋ ਇੰਨਾ ਟਾਈਮ ਨਹੀਂ ਹੈ, ਭਾਜਪਾ ਤਾਂ ਉਹਦੇ ਪਾਸ ਕੋਈ ਵੀ ਨਹੀਂ ਇਸ ਮਾਮਲੇ ਵਿੱਚ, ਰਾਜ ਕਰਨ ਵਾਲੇ ਮਾਮਲੇ 'ਚ ਜਿੰਨਾ ਚਿਰ ਕਾਂਗਰਸ ਨੇ ਇਸ ਮੁਲਕ ਵਿੱਚ ਰਾਜ ਕੀਤਾ। ਪਰ ਕਾਂਗਰਸ ਹੁਣ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਇੱਕ ਵਾਰੀ ਮੁੜ ਸੱਤਾ ਦੇ ਵਿੱਚ ਵਾਪਸ ਆਉਣਾ ਚਾਹੁੰਦੀ ਆ। ਤਾਂ ਹੁਣ 5 ਸੂਬਿਆਂ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ ਕਿ ਚੋਣਾਂ ਦਾ ਐਲਾਨ ਉਸ ਸਮੇਂ ਹੋਇਆ ਜਦੋਂ ਕਾਂਗਰਸ ਦੇ ਹੱਕ ਵਿੱਚ ਕਾਰਗਿਲ ਤੋਂ ਜਿੱਤ ਦਾ ਢੋਲ ਵੱਜਿਆ ਆ ਤੇ ਕਾਂਗਰਸ ਨੂੰ ਆਪਣੀ ਜਿੱਤ ਨਿਸ਼ਚਿਤ ਲੱਗਣੀ ਸ਼ੁਰੂ ਹੋ ਗਈ ਆ। ਪਰ ਕਾਂਗਰਸ ਨੂੰ ਹਰਾਉਣਾ ਚਾਹੁਣ ਵਾਲੇ ਹਮੇਸ਼ਾ ਕਾਂਗਰਸ ਵਿੱਚ ਹੀ ਬੈਠੇ ਹੁੰਦੇ ਆ, ਵੀ ਹੈਰਾਨੀ ਦੀ ਗੱਲ ਹੈ। ਇਸ ਵਾਰ ਵੀ ਸੰਕੇਤ ਉਸੇ ਤਰ੍ਹਾਂ ਦੇ ਮਿਲ ਰਹੇ ਆ। ਰਾਜਸਥਾਨ ਵਿੱਚ ਗਹਿਲੋਤ ਨੂੰ ਹਾਈ ਕਮਾਂਡ ਦਾ ਸਾਥ ਪ੍ਰਾਪਤ ਹੋਣ ਦੇ ਬਾਵਜੂਦ ਪਾਇਲਟ ਦੇ ਪਿੰਡ ਦੀ ਵੋਟ ਵਿਰੋਧੀ ਪਾਰਟੀ ਨੂੰ ਮਿਲੇਗੀ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਾਰੀ ਭਾਜਪਾ ਅੰਦਰ ਵੀ ਤਰੇੜਾਂ ਪੈ ਚੁੱਕੀਆਂ ਨੇ ਜੋ ਉਸ ਨੂੰ ਕਮਜ਼ੋਰ ਕਰ ਰਹੀਆਂ ਨੇ। ਸ਼ਾਇਦ ਸਿਆਣੇ ਕਹਿੰਦੇ ਨੇ ਜਦੋਂ ਕੋਈ ਸੰਸਥਾ ਵੱਡੀ ਹੋ ਜਾਂਦੀ ਹੈ ਨਾ ਤੇ ਉਹ ਆਪਣੇ ਬਲਬੂਤੇ ਤਰੇੜਾਂ ਭਰ ਲੈਂਦੀ ਆ, ਪਰ ਜਿਵੇਂ ਕਾਂਗਰਸ ਵਿੱਚ ਹੁੰਦਾ ਆ ਰਿਹਾ, ਅੱਜ ਭਾਜਪਾ ਵਿੱਚ ਇੰਨੇ ਕਾਂਗਰਸੀ ਉੱਚ ਅਹੁਦਿਆਂ ਦੇ ਉੱਤੇ ਬੈਠ ਚੁੱਕੇ ਆ। ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸੁਨੀਲ ਜਾਖੜ ਤੱਕ ਇਹ ਸਾਰੇ ਵਿੱਚ ਬੈਠ ਚੁੱਕੇ ਆ। ਇਹ ਵੀ ਹੋ ਸਕਦਾ ਹੈ ਕਿ ਉਹ ਕਾਂਗਰਸ ਦੀਆਂ ਆਦਤਾਂ ਭਾਜਪਾ ਵਿੱਚ ਆਪਣੇ ਨਾਲ ਲੈ ਕੇ ਗਏ ਹੋਣ। ਸਿਆਣੇ ਕਹਿੰਦੇ ਨੇ ਕੁਛ ਲੋਕ ਜਿੱਥੇ ਵੀ ਚਲੇ ਜਾਣ ਦੁਨੀਆ ਭਰ ਦੇ ਵਿੱਚ ਤੇ ਜਿਹੜੀਆਂ ਉਹਨਾਂ ਨੂੰ ਆਦਤਾਂ ਪੈ ਜਾਣ ਤਾਂ ਉਹ ਆਪਣੀਆਂ ਆਦਤਾਂ ਛੱਡਦੇ ਨਹੀਂ ਹੁੰਦੇ, ਆਪਣੀਆਂ ਆਦਤਾਂ ਕੁਛ ਲੋਕ ਨਾਲ ਲੈ ਕੇ ਜਾਂਦੇ ਆ। ਇਸ ਗੱਲ ਮੰਨੀ ਇਹ ਇਸ਼ਾਰਾ ਆ ਰਿਹਾ। ਜਿਵੇਂ ਵੀ ਹੈ ਇਹਨਾਂ ਸੂਬਾ ਪੱਧਰੀ ਚੋਣਾਂ ਵਿੱਚ ਭਾਜਪਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦਾ ਆਪਣੇ ਸੂਬਾ ਪੱਧਰੀ ਆਗੂਆਂ 'ਤੇ ਵਿਸ਼ਵਾਸ ਬਣਿਆ ਨਹੀਂ ਰਹਿ ਸਕਿਆ। ਜਿਵੇਂ ਪੰਜਾਬ ਵਿੱਚ ਪੁਰਾਣੇ ਭਾਜਪਾ ਆਗੂਆਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ ਆ, ਠੀਕ ਉਸੇ ਤਰ੍ਹਾਂ ਰਾਜਸਥਾਨ, MP ਅਤੇ ਛੱਤੀਸਗੜ੍ਹ ਵਿੱਚ ਆ ਰਹੀ ਉਮੀਦਵਾਰਾਂ ਦੀ ਸੂਚੀ ਵਿੱਚ ਸੂਬਾ ਪੱਧਰੀ ਆਗੂਆਂ ਦੀ ਥਾਂ MPs ਦੇ ਨਾਮ ਸਾਹਮਣੇ ਆ ਰਹੇ ਨੇ। ਹੁਣ ਇੱਥੇ ਤਰੇੜ ਪਊਗੀ, ਪੰਜਾਬ ਵਿੱਚ ਪੈ ਚੁੱਕੀ ਆ। ਅਸ਼ਵਨੀ ਸ਼ਰਮਾ ਹੋਣ ਵਾਲਾ ਗਰੁੱਪ ਸੁਨੀਲ ਜਾਖੜ ਨਾਲ ਸਹਿਮਤ ਨਹੀਂ, ਪੁਰਾਣੀ ਟਕਸਾਲੀ ਭਾਜਪਾ ਹੀ ਸੁਨੀਲ ਜਾਖੜ ਨਾਲ ਸਹਿਮਤ ਨਹੀਂ। ਤਾਂ ਮੁੱਖ ਮੰਤਰੀ ਦੇ ਨਾਮ ਬਾਰੇ ਤਾਂ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਆਖ ਦਿੱਤਾ ਕਿ ਮੁੱਖ ਮੰਤਰੀ ਸਿਰਫ ਕਮਲ ਹੋਊਗਾ, ਪਰ ਸਾਫ਼ ਹੈ ਕਿ ਲੋਕਾਂ ਨੇ
प्रधानमंत्री के नाम ते ही वोट मंगी जाऊगी। शिवराज चौहान ਜਾਂ वसुंधरा राजे का मुकाबला कांग्रेस के आगुआं नाल हो सकता है, पर की गहलोत नरेंद्र मोदी सामने खड़ा रह सकता है? सवाल ये खड़ा होंदा है। यही नीति हाल विच करनाटका विच नहीं सी चली ते ना ही हिमाचल प्रदेश विच, पर यूपी गुजरात विच सफल हुई है। अजे तक जिहड़े भी सर्वेखण आए ने वो 2024 विच नरेंद्र मोदी नूं जितदा ही विखा रहे ने, पर सूबिਆਂ विच कांग्रेस दा पलड़ा भारी दर्शाउंदे हन। सो जापदा आ कि भाजपा ਰਾਜਾਂ ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਨਾਮ ਦੇ ਸਰਵੇਖਣਾਂ ਦੇ ਉਲਟ ਨਤੀਜੇ ਲਿਆਉਣ ਦੀ ਰਣਨੀਤੀ ਅਪਣਾ ਰਹੀ ਹੈ। ਇਹ ਹੁਣ ਸਮਾਂ ਦੱਸੂਗਾ ਕਿ ਭਾਜਪਾ ਵਰਕਰ ਕਿਸ ਤਰ੍ਹਾਂ ਆਪਣੇ ਸੂਬੇ ਦੇ ਆਗੂ ਦਾ ਨਾਮ ਕੱਟੇ ਜਾਣ ਤੇ ਨਾਰਾਜ਼ ਹੁੰਦਾ ਆ ਜਾਂ ਮੋਦੀ ਖਾਤਰ ਸਭ ਕੁਝ ਮਨਜ਼ੂਰ ਹੁੰਦਾ ਆ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਵਿੱਚ ਤਾਂ ਚੋਣਾਂ ਨੂੰ कांग्रेस ते भाजपा विचकार लड़ाई मन्निया जा रहा, पर इंडिया गठजोड़ की कांग्रेस नूं अपने तो उपर स्वीकार करूगा। सूबा पद्धरी चोणां विच इंडिया चों ही साथी कांग्रेस विरुद्ध खड़े होणगे तां फिर इंडिया गठजोड़ कित्थे जाऊगा? यह भी सवाल खड़े हो रहे आ। आप TMC कांग्रेस विरुद्ध देश विच अपना स्थान बनाउण वास्ते गोवा ते गुजरात विच पूरी ताकत नाल गए ने ਤੇ ਰਾਜਸਥਾਨ ਵਿੱਚ ਰੈਲੀਆਂ ਦਾ ਆਗਾਜ਼ ਕਰ ਚੁੱਕੇ ਨੇ। ਪੰਜਾਬ ਵਿੱਚ ਕਾਂਗਰਸੀ ਆਗੂਆਂ ਨਾਲ ਉਹੀ ਹੋ ਰਿਹਾ ਜੋ ਈਡੀ ਦਿੱਲੀ ਵਿੱਚ ਆਪ ਦੇ ਨਾਲ ਕਰ ਰਹੀ ਹੈ। ਯਾਨੀ ਕਿ ਪੰਜਾਬ ਵਿੱਚ ਕਾਂਗਰਸੀ ਆਗੂਆਂ ਨਾਲ ਉਹ ਕੁਝ ਹੋ ਰਿਹਾ ਜੋ ਈਡੀ ਦਿੱਲੀ ਵਿੱਚ ਆਪ ਨਾਲ ਕਰੀ ਜਾਂਦੀ ਹੈ। ਕਾਂਗਰਸ ਅਜੇ ਤਾਂ ਦਿੱਲੀ ਵਿੱਚ ਆਪ ਨਾਲ ਖੜੀ ਹੈ, ਪਰ ਜੇ ਆਪ ਦੀ ਨੀਤੀ ਨਾ ਬਦਲੀ, ਖਾਸ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ इंडिया का अंत भी मुमकिन है। इस तो हो सकता कि पहले ही ब्लास्ट हो जाए, हो सकता पहले त्रेड़ा पै जाण, हो सकता भाजपा अपनी चाल चल जाए, घुसपैठ करा जाए किसी तरीके नाल, क्योंकि सत्ताधारी पार्टी दे कोले बहुत कुछ हुंदा आ करन कराउण वास्ते। और खास तौर ते ये पार्टी तुहानूं पता है कि चाणक्य नीति वाली पार्टी आ ते कुछ भी कर सकती है। और ये ਇੱਕੋ ਦਮ ਆਰੀ ਨਹੀਂ ਫੇਰਦੀ, ਤਾਂ ਹੌਲੀ ਹੌਲੀ ਸਹਿਜੇ ਕੱਟਦੀ ਆ, ਕਿਉਂਕਿ ਭਾਜਪਾ ਤੇ RSS ਦੀ ਹੁਣ ਤੱਕ ਦੀ ਫਿਤਰਤ ਰਹੀ ਹੈ। ਇਸੇ ਕਰਕੇ ਦੁਨੀਆ ਭਰ ਦੇ ਵਿੱਚ ਜੇ ਚਰਚਾ ਭਾਜਪਾ ਦੀ ਹੁੰਦੀ ਆ ਤਾਂ ਉਹ ਇਹਨਾਂ ਕਾਰਨਾਮਿਆਂ ਨੂੰ ਕਰਕੇ ਹੁੰਦੀ ਆ, ਕਿਉਂਕਿ RSS ਦੇ ਵਿੱਚੋਂ ਉੱਗੀ ਹੋਈ ਭਾਜਪਾ ਜਿਹੜੀ ਆ, ਉੱਭਰੀ ਹੋਈ ਜਿਹੜੀ ਭਾਜਪਾ ਆ, ਉਸ ਦੀਆਂ ਨੀਤੀਆਂ RSS ਦੀਆਂ ਨੀਤੀਆਂ ਹੀ ਨੇ ਜਿਨ੍ਹਾਂ ਨੂੰ ਉਹ ਅੱਗੇ ਵਧਾਉਂਦੀ ਆ ਔਰ ਸਨਾਤਨ ਧਰਮ ਦੀਆਂ ਗੱਲਾਂ ਕਰਦੀ ਆ। ਇਸ ਕਰਕੇ ਇਸੇ ਤਰ੍ਹਾਂ ਹੀ ਉਹ ਚਾਣਕਿਆ ਨੀਤੀ ਨੂੰ ਅਪਣਾਉਂਦੇ ਹੋਏ ਵੀ ਕੁਛ ਨਾ ਕੁਛ ਇਹੋ ਜਿਹੀ ਤਿਕੜਮਬਾਜ਼ੀ ਲੜਾ ਕੇ ਆਪ ਜਿਹੜਾ ਇਹ ਇੰਡੀਆ ਮਹਾਗਠਜੋੜ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰੂਗੀ। ਤਾਂ ਹੁਣ ਦੇਖਣਾ ਇਹ ਹੈ ਕਿ ਹਰ ਚੋਣ ਕੁਝ ਸੰਕੇਤ ਦਿੰਦੀ ਆ, ਪਰ ਇਹ ਵਾਲੀਆਂ ਚੋਣਾਂ ਸਾਰੀਆਂ ਸਿਆਸੀ ਪਾਰਟੀਆਂ ਵਾਸਤੇ ਮਹੱਤਵਪੂਰਨ ਸਾਬਤ ਹੋਣਗੀਆਂ। ਲੋਕਾਂ ਨੂੰ ਤਾਂ ਇਹ ਜੁਮਲੇ ਬਣਾ ਕੇ ਬੁੱਧੂ ਬਣਾ ਹੀ ਲੈਂਦੇ ਆ, ਪਰ ਇਸ ਵਾਰ ਉਹਨਾਂ ਦੀ ਸਿਆਸਤ ਹੀ ਸਿਆਸਤਦਾਨਾਂ ਨੂੰ ਬੇਨਕਾਬ ਕਰ ਦੇਵੇਗੀ। ਚਲੋ ਜੀ, ਫਿਰ ਵੀ ਦੇਖਦੇ ਹਾਂ ਆਖਰ ਆਉਣ ਵਾਲੀਆਂ ਚੋਣਾਂ ਵਿੱਚ ਊਠ ਕਿਹੜੀ ਕਰਵਟ ਬਹਿੰਦਾ ਆ। ਅੱਗੇ ਉਹਨੇ ਜੀ ਇਜ਼ਰਾਈਲ ਫਲਸਤੀਨ ਦਾ ਝਗੜਾ ਅੱਜ ਕੱਲ੍ਹ ਕਾਫੀ ਚਰਚਾ ਦਾ ਵਿਸ਼ਵ ਪੱਧਰ ਦੇ ਉੱਤੇ ਵਿਸ਼ਾ ਬਣਿਆ ਹੋਇਆ ਹੈ। ਇਸ ਆਧੁਨਿਕ ਦੁਨੀਆ ਦੀ ਦੋਸਤੋ ਗੱਲ ਕੀਤੀ ਜਾਵੇ ਤਾਂ ਅੱਜ ਤੀਜੀ ਜੰਗ ਸ਼ੁਰੂ ਹੋ ਚੁੱਕੀ ਹੈ। ਰੂਸ ਯੂਕਰੇਨ ਵਿੱਚ ਸ਼ਾਂਤੀ ਲਿਆਉਣ ਵਿੱਚ ਨਾਕਾਮ ਰਹੀ ਵਿਸ਼ਵ ਆਗੂਆਂ ਦੀ ਟੋਲੀ ਹੁਣ ਆਪਣੇ ਆਪ ਨੂੰ ਇਜ਼ਰਾਈਲ ਤੇ ਹਮਾਸ ਵਿਚਕਾਰ ਫਸੀ ਹੋਈ ਸਮਝਦੀ ਹੈ। ਹਮਾਸ ਪੈਲਸਟੀਨ ਵਿੱਚ ਇਸਲਾਮੀ ਸੋਚ ਨਾਲ ਜੁੜੀ ਹੋਈ ਸੰਸਥਾ ਆ ਜੋ ਰਾਜਾਂ ਵਿੱਚ ਸਰਕਾਰ ਵੀ ਚਲਾਉਂਦੀ ਹੈ ਤੇ ਜਿਸ ਨੂੰ ਸੰਯੁਕਤ ਰਾਸ਼ਟਰ ਵਿੱਚ ਇੱਕ ਦੇਸ਼ ਦਾ ਦਰਜਾ ਦਿੱਤਾ ਗਿਆ ਹੈ। उसने अजिही गैर इंसानी सोच नाल इजराइल उत्ते हमला किया आ कि सब लोग दंग रह गए ने। पुरातन इंसानां दीयां जंगां विच लड़ाई दे कोई नियम नहीं सी हुंदे। हमास ने गुरीला डैम ते बेकसूर नागरिकां उत्ते हमला करके ना सिर्फ लाशां दे ढेर लगाए आ, सगों इंसानीयत वल्लों प्रमाणित मनुखी एहसासां दा भी घाण कीता आ। एक वीडियो विच एक पार्टी विच मौज मना रही लड़की का कतल किया गया तो फिर उसनू नंगा करके शहर विच ही नहीं बल्कि दुनिया के हर कोने विच अपनी ताकत के प्रदर्शन वजों घुमाया गया। औरतों का बलात्कार, परिवारां बजुर्गों का कतल, बच्चों नू सिर धड़ तो लग करन दे दृश रूह कंबाऊ ने, पर सानू सारिआं नू वेखणे पै रहे ने।
ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਉੱਤੇ ਮੋੜਵਾਂ ਹਮਲਾ ਕਰ ਦਿੱਤਾ ਆ। ਹੁਣ ਲਾਸ਼ਾਂ ਦੇ ਢੇਰ ਦੋਵੇਂ ਪਾਸੇ ਬਰਾਬਰ ਲੱਗੇ ਹੋਏ ਨੇ। ਹਮਾਸ ਦੀ ਇਸ ਦਰਿੰਦਗੀ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕਰਨੀ ਚਾਹੀਦੀ ਆ, ਪਰ ਸਥਿਤੀ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਨਾ ਸਮਝੀ ਤੋਂ ਉਪਜੇ ਨੇ ਇਜ਼ਰਾਈਲ ਦੇ ਹਾਲਾਤ। ਇਜ਼ਰਾਈਲ ਦੇ ਜਨਮ ਤੋਂ ਹੀ ਇਹ ਵਿਵਾਦ ਚੱਲਦਾ ਆ ਰਿਹਾ ਕਿਉਂਕਿ ਯਹੂਦੀਆਂ ਨੂੰ ਉਹਨਾਂ ਦੀ ਜ਼ਮੀਨ ਦੇਣ ਦਾ ਫੈਸਲਾ ਪੱਛਮੀ ਦੇਸ਼ਾਂ ਨੇ ਵਿਸ਼ਵ ਜੰਗ ਤੋਂ ਬਾਅਦ ਕੀਤਾ ਸੀ। ਜਿਨ੍ਹਾਂ ਯਹੂਦੀਆਂ ਨੇ ਵੱਡਾ ਜ਼ੁਲਮ ਸਹਾਰਿਆ ਆ ਉਹਨਾਂ ਨੂੰ ਸੁਰੱਖਿਅਤ ਥਾਂ ਚਾਹੀਦੀ ਸੀ, ਪਰ ਵਿਵਾਦ ਸ਼ੁਰੂ ਹੀ ਉਸ ਵਕਤ ਹੋਇਆ ਕਿਉਂਕਿ ਉਹ ਜ਼ਮੀਨ ਮੁਸਲਮਾਨਾਂ ਦੀ ਧਰਤੀ 'ਚੋਂ ਲੈ ਕੇ ਦਿੱਤੀ ਗਈ ਤੇ ਉਹ ਉਸ ਸਮੇਂ ਤੋਂ ਹੀ ਲੜਦੇ ਚੱਲੇ ਆ ਰਹੇ ਨੇ। ਕੰਮ ਇੱਥੋਂ ਵਿਗੜਿਆ ਸਾਰਾ। ਇਸ ਲੜਾਈ ਵਿੱਚ ਇੱਕ ਗੱਲ ਅੱਜ ਦੀ ਤਸਵੀਰ ਨੂੰ ਸਪਸ਼ਟ ਕਰਦੀ ਹੈ ਕਿ ਹਮਾਸ ਨਫ਼ਰਤ ਦੀ ਗੋਦ ਵਿੱਚ ਪਲੀ ਹੈ ਤੇ ਉਹਨਾਂ ਦੀ ਜ਼ੁਬਾਨ ਦਿਲ ਹਰ ਕਦਮ ਨਫ਼ਰਤ ਦੇ ਨਾਲ ਚੱਲਦਾ ਆ। ਉਹਨਾਂ ਦੀ ਸਹਿਮਤੀ ਕਦੇ ਵੀ ਇਜ਼ਰਾਈਲ ਦੇ ਵੱਖਰੇ ਦੇਸ਼ ਲਈ ਨਹੀਂ ਸੀ। ਉਹ ਲੜਦੇ ਰਹੇ ਤੇ ਉਸ ਲੜਾਈ ਨਾਲ ਉਹਨਾਂ ਦਾ ਬਹੁਤ ਨੁਕਸਾਨ ਹੋਇਆ। 2018 ਤੋਂ ਹੁਣ ਤੱਕ ਗਾਜ਼ਾ ਜੋ ਹਮਾਸ ਦੇ ਅਧੀਨ ਆਉਂਦਾ, ਗਾਜ਼ਾ ਪੱਟੀ ਤੇ ਲੜਾਈਆਂ ਲਗਾਤਾਰ ਹੀ ਪਿਛਲੇ 30-40 ਸਾਲਾਂ ਤੋਂ ਤੁਰੀਆਂ ਆਉਂਦੀਆਂ ਆ। ਇਜ਼ਰਾਈਲ ਕੋਲ ਦੁਨੀਆ ਦੇ ਸਭ ਤੋਂ ਤੇਜ਼ ਖੂਫੀਆ ਤੇ ਆਧੁਨਿਕ ਤਕਨੀਕ ਨਾਲ ਲੈਸ ਹਥਿਆਰ ਨੇ। ਉਹਨਾਂ ਗਾਜ਼ਾ ਉੱਤੇ ਹਵਾਈ ਹਮਲਿਆਂ ਦਾ ਵਾਰ ਅੱਜ ਹੀ ਸ਼ੁਰੂ ਕੀਤਾ ਹੈ ਤੇ ਜੇ ਕੋਈ ਸਮਝੌਤਾ ਕਰਵਾਉਣ ਦਾ ਯਤਨ ਨਾ ਕੀਤਾ ਗਿਆ ਤੇ ਇਹ ਝਗੜਾ ਚੱਲਦਾ ਰਹੂਗਾ। ਔਰ ਗਾਜ਼ਾ ਨੂੰ ਇਜ਼ਰਾਈਲ ਨੇ ਇੱਕ ਖੁੱਲੀ ਜੇਲ੍ਹ ਵਾਂਗ ਰੱਖਿਆ ਹੋਇਆ ਜਿੱਥੇ ਮੁੱਢਲੀਆਂ ਸਹੂਲਤਾਂ ਵੀ ਲੱਭਣੀਆਂ ਮੁਸ਼ਕਲ ਨੇ। ਕਈ ਵਾਰ ਹਸਪਤਾਲ ਵਿੱਚ ਇਲਾਜ ਕਰਾਉਣ ਵਾਸਤੇ ਹਮਾਸ ਦੇ ਲੋਕਾਂ ਨੂੰ ਇਜ਼ਰਾਈਲ ਦੇ ਤਰਲੇ ਕਰਨੇ ਪੈਂਦੇ ਨੇ ਤੇ ਕਈ ਵਾਰੀ ਇਹ ਲੜਾਈ ਦਾ ਕਾਰਨ ਬਣਦੇ ਨੇ। ਗੱਲ ਕੀ ਹੈ ਕਿ ਵਾਕਈ ਹੀ ਖੌਫਨਾਕ ਮੰਜ਼ਰ ਹੈ ਕਿ ਮਨੁੱਖਤਾ ਦੀ ਤਬਾਹੀ ਹੋ ਰਹੀ ਹੈ। ਗੱਲ ਸਿਰਫ ਇਹੋ ਜਿਹੀ ਵਿਗੜੀ ਕਿ ਜਿਹੜੀ ਮੁਸਲਮਾਨ ਮੁਲਕਾਂ ਦੀ ਜਗ੍ਹਾ ਲੈ ਕੇ ਇਜ਼ਰਾਈਲ ਨੂੰ ਦਿੱਤੀ ਗਈ, ਉਸ ਦਿਨ ਤੋਂ ਹੀ ਇਹ ਉਹਨਾਂ ਦੇ ਵਿੱਚ ਇਹ ਤਰੇੜ ਪਈ ਆ। ਉਸ ਦਿਨ ਤੋਂ ਹੀ ਜਿਹੜੇ ਉੱਥੋਂ ਦੇ ਅਸਲੀ ਵਾਰਿਸ ਸੀਗੇ ਉਹ ਬਰਦਾਸ਼ਤ ਨਹੀਂ ਕਰ ਸਕੇ ਕਿ ਉਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਹੋਰ ਆ ਕੇ ਇੱਦਾਂ ਵਸ ਜਾਵੇ, ਇੱਕ ਮੁਲਕ ਉਸਾਰ ਲਵੇ। ਬੇਸ਼ੱਕ ਇਜ਼ਰਾਈਲ ਅੱਜ ਜਿਸ ਤਰੀਕੇ ਨਾਲ ਅੱਗੇ ਵਧਿਆ ਮੁਲਕ ਹੈ ਔਰ ਜਿਸ ਤਰੀਕੇ ਨਾਲ ਯਹੂਦੀਆਂ ਨੂੰ ਉਹਨਾਂ ਦਾ ਇਹ ਮੁਲਕ ਮਿਲ ਗਿਆ ਆ, ਪਰ ਅੱਜ ਜੋ ਸਥਿਤੀ ਫਿਰ ਇਜ਼ਰਾਈਲ ਦੀ ਹਮਾਸ ਵੱਲੋਂ ਕੀਤੀ ਜਾ ਰਹੀ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਮਨੁੱਖਤਾ ਦਾ ਘਾਣ ਹੋ ਰਿਹਾ। ਇਹਦੇ ਵਿੱਚ ਸੋਚਣਾ ਚਾਹੀਦਾ। ਦੋਹਾਂ ਪੱਖਾਂ ਦੀ ਆਪੋ ਆਪਣੀ ਦਰਦਨਾਕ ਇਤਿਹਾਸਕ ਕਹਾਣੀ ਹੈ, ਪਰ ਕਿਉਂਕਿ ਇਹ ਲੋਕ ਆਪਣੇ ਪੁਰਾਣੇ ਜ਼ਖਮਾਂ ਨੂੰ ਅੱਜ ਤੱਕ ਅੱਜ ਦੀ ਹਕੀਕਤ ਬਣਾਉਂਦੇ ਆ ਰਹੇ ਨੇ। ਇਹ ਇਨਸਾਨ ਦੀਆਂ ਕਦਰਾਂ ਕੀਮਤਾਂ ਭੁੱਲ ਕੇ ਇੱਕ ਦੂਜੇ ਲਈ ਦਰਿੰਦੇ ਬਣ ਗਏ ਨੇ। ਦੁਨੀਆ ਦੇ ਕਈ ਹਿੱਸੇ ਨਫ਼ਰਤਾਂ ਨਾਲ ਜੁੜ ਕੇ ਆਪਣੇ ਆਪ ਨੂੰ ਦਰਿੰਦਗੀ ਵਿੱਚ ਧੱਕ ਰਹੇ ਨੇ। ਅਸੀਂ ਇਸ ਵਾਸਤੇ ਕੀ ਕਰ ਸਕਦੇ ਹਾਂ? ਅਸੀਂ ਇਸ ਵਾਸਤੇ ਸਿਰਫ ਅਰਦਾਸ ਕਰ ਸਕਦੇ ਹਾਂ ਕਿ ਜਲਦੀ ਇਹਨਾਂ ਦੋਵਾਂ ਇਲਾਕਿਆਂ ਦਾ ਮੁਲਕਾਂ ਦਾ ਜਿਹੜਾ ਹੱਲ ਆ ਉਹ ਹੋਣਾ ਚਾਹੀਦਾ ਆ। ਤੇ ਜਿਹੜੇ ਭਾਰਤੀਆਂ ਨੂੰ ਹੁਣ ਬਚਾਉਣ ਦੇ ਯਤਨ ਵਜੋਂ ਵੀ ਫਲਾਈਟਾਂ ਜਿਹੜੀਆਂ ਨੇ ਮੋਦੀ ਹਕੂਮਤ ਵੱਲੋਂ ਭੇਜੀਆਂ ਜਾ ਰਹੀਆਂ ਨੇ ਤਾਂ ਕਿ ਉੱਥੇ ਫਸੇ ਹੋਏ ਜਿਹੜੇ 18,000 ਦੇ ਕਰੀਬ ਭਾਰਤੀ ਆ ਉਹਨਾਂ ਨੂੰ ਬਚਾ ਕੇ ਭਾਰਤ ਵਾਪਸ ਲਿਆਂਦਾ ਜਾਵੇ। ਨਹੀਂ ਤਾਂ ਹਜੇ ਕੁਝ ਨਹੀਂ ਪਤਾ। ਜਿਵੇਂ ਯੂਕਰੇਨ ਰੂਸ ਜੰਗ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ, ਖਾਸ ਤੌਰ 'ਤੇ ਯੂਕਰੇਨ ਦਾ, ਤੇ ਇਸੇ ਤਰ੍ਹਾਂ ਹੀ ਇਜ਼ਰਾਈਲ ਦਾ ਜੋ ਨੁਕਸਾਨ ਹੋ ਰਿਹਾ ਔਰ ਹਮਾਸ ਜਿਸ ਤਰੀਕੇ ਨਾਲ ਬੇਦਰਦੀ ਨਾਲ ਕਤਲੇਆਮ ਔਰ ਤਬਾਹੀ ਮਚਾ ਰਿਹਾ ਆ, ਉਸ ਦੇ ਲਈ ਇਹ ਕਹਿ ਸਕਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੇ ਲੋਕ ਵੀ ਸੁਰੱਖਿਅਤ ਬਚਣੇ ਚਾਹੀਦੇ ਨੇ ਔਰ ਇਨਸਾਨੀਅਤ ਦੇ ਨਾਤੇ ਵੀ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਜੰਗ ਹੈ ਉਹ ਨਿਬੜਨੀ ਚਾਹੀਦੀ ਆ। ਔਰ ਵਿਸ਼ਵ ਪੱਧਰ ਦੇ ਜਿਹੜੇ ਆਗੂ ਆ, ਜਿਹੜੇ ਉਹ ਟੋਲਾ ਆ ਜਿਹੜਾ ਇਹ ਸੋਚਦਾ ਆ ਕਿ ਵਿਸ਼ਵ ਆਗੂਆਂ ਦਾ ਇਹ ਟੋਲਾ ਇਹਦਾ ਹੱਲ ਕਰਵਾਵੇ ਤੇ ਇਹਦੇ ਲਈ ਉਹਨਾਂ ਨੂੰ ਇਕਜੁੱਟ ਹੋ ਕੇ ਇੱਕ ਮੰਚ ਦੇ ਉੱਤੇ ਇਸ ਦੇ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਕਿ ਦੁਨੀਆ ਵਿੱਚੋਂ ਨਫ਼ਰਤ ਖਤਮ ਹੋ ਸਕੇ। ਸੋ ਇਹ ਸੀ ਜੀ ਚੰਦ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਇੱਥੇ ਹੀ ਸਮਾਪਤੀ ਕਰਦੇ ਹਾਂ। ਧੰਨਵਾਦ।